ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਵੀਕਐਂਡ ਦੇ ਦੌਰਾਨ ਅਮਰੀਕਾ ਨੇ ਵੈਨਜ਼ੂਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਮਦੂਰੋ, ਉਸ ਨੂੰ ਚੱਕ ਲਿਆਂਦਾ ਸੀ। ਵੱਖ-ਵੱਖ ਹੁਣ ਖਬਰਾਂ ਆ ਰਹੀਆਂ ਕਿੰਨਾ ਕੁ ਉੱਥੇ ਨੁਕਸਾਨ ਹੋਇਆ ਹੈਗਾ। ਪਰ ਅੱਜ ਜਿਹੜਾ ਡੀਪੋਜ਼ਡ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਆ, ਉਹਦੀ ਪਹਿਲੀ ਅਪੀਅਰੈਂਸ ਆ ਅਮਰੀਕਨ ਕੋਰਟ ਦੇ ਵਿੱਚ। ਨਾਰਕੋ ਟੈਰਰਿਜ਼ਮ ਚਾਰਜਿਸ ਉਹਦੇ ਉੱਤੇ ਜਿਹੜੇ ਆ ਲਾਏ ਗਏ ਆ। ਜਿਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਸਟੀਫਾਈ ਕੀਤਾ ਵੀ ਅਸੀਂ ਇਸ ਕਰਕੇ ਉਹਨੂੰ ਫੜ ਕੇ ਨਿਊਯਾਰਕ ਲੈ ਕੇ ਆਏ ਹੈਗੇ ਆ। ਮਦੂਰੋ ਆਲਰੇਡੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ ਈਸਟਰਨ ਟਾਈਮ ਦੇ ਮੁਤਾਬਕ 12 ਵਜੇ ਦੇ ਕਰੀਬ, ਤੇ ਹੁਣ ਸਾਡਾ 9:09 ਹੋ ਗਿਆ। ਆਲਰੇਡੀ ਉਹ ਜੱਜ ਦੇ ਸਾਹਮਣੇ ਆ ਤੇ ਲੀਗਲ ਪ੍ਰੋਸੀਡਿੰਗਸ ਉੱਥੇ ਚੱਲ ਰਹੀਆਂ ਹੈਗੀਆਂ। ਇਹ ਕਾਫੀ ਕਹਿੰਦੇ ਲੰਮੀ ਲੀਗਲ ਫਾਈਟ ਹੋਊਗੀ। ਇਸ ਦੋਨੋਂ ਤੀਵੀਂ ਆਦਮੀ ਨੂੰ ਆਰਮੀ ਗਾਰਡਸ ਦੇ ਨਾਲ ਲਿਆਂਦਾ ਗਿਆ ਹੈ ਬਰੁਕਲਿਨ ਜੇਲ੍ਹ, ਜਿੱਥੇ ਡਿਟੇਨ ਕੀਤਾ ਗਿਆ ਸੀ। ਮੈਨਹਟਨ ਕੋਰਟ ਹਾਊਸ ਦੇ ਵਿੱਚ ਲਿਆਂਦਾ ਗਿਆ ਤੇ ਇੱਕ ਮੋਟਰਕੇਡ ਜਿਹੜੀ ਆ ਉਹ ਮਦੂਰੋ ਦੇ ਨਾਲ ਬਿਲਕੁਲ ਜੇਲ੍ਹ ਤੋਂ 7:15 ਜਿਹੜਾ ਉੱਥੇ ਦਾ ਟਾਈਮ ਸੀ ਉਸ ਟਾਈਮ ਦੇ ਉੱਤੇ ਚੱਲੀ। ਜਿਹੜਾ ਤੇ ਮਦੂਰੋ ਨੂੰ ਹੌਲੀ-ਹੌਲੀ ਕਹਿੰਦੇ ਵੀ ਉੱਥੇ ਲੈ ਕੇ ਜਾਇਆ ਗਿਆ। ਜੀ। ਜੀ ਬਿਲਕੁਲ। ਸੋ ਬੀਤੇ ਸ਼ਨਿਚਰਵਾਰ ਨੂੰ ਨਿਕੋਲਸ ਮਡੂਰੋ ਨੂੰ ਕਰਾਕਸ ਜਿਹੜੀ ਵੈਨੇਜ਼ੁਏਲਾ ਦੀ ਰਾਜਧਾਨੀ ਆ ਉੱਥੋਂ ਚੱਕ ਲਿਆਂਦਾ ਗਿਆ ਸੀਗਾ। ਪੂਰੀ ਜਿਹੜੀ ਫੌਜ ਨੇ ਬੜੀ ਗੁਪਤ ਤਰੀਕੇ ਦੇ ਨਾਲ ਇਹ ਜਿਹੜੀ ਕਾਰਵਾਈ ਨੂੰ ਅੰਜਾਮ ਇੱਕ ਹਿਸਾਬ ਦੇ ਨਾਲ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੇਖਣ ਵਾਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਰਹੀਆਂ, ਜਿੱਦਾਂ ਉਸ ਦਿਨ ਵੀ ਆਪਾਂ ਚਰਚਾ ਜਿਹੜੀ ਉਹ ਕੀਤੀ ਸੀਗੀ ਵੀ ਅੰਦਰ ਜਿਹੜੇ ਹੈਲੀਕਾਪਟਰ ਗਏ ਬਾਹਰ ਮੁਲਕ ਦੇ, ਉੱਥੇ ਜਦੋਂ ਆਪਣੇ ਬਹੁਤ ਸਾਰੇ ਹੋਰ ਏਅਰ ਫੋਰਸ ਦੇ ਜਿਹੜੇ ਪਲੇਨਸ ਆ ਉਹ ਰੈਡੀ ਜਿਹੜੇ ਉਹ ਸੀਗੇ। ਕ੍ਰਿਸਮਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਸ ਸਟ੍ਰਾਈਕ ਦੀ ਇਜਾਜ਼ਤ ਦੇ ਦਿੱਤੀ ਸੀ, ਸਾਈਨ ਆਫ ਕਰ ਦਿੱਤਾ ਸੀਗਾ। ਸੋ ਜਦੋਂ ਹੀ ਆਪਣੇ ਫੌਜੀਆਂ ਨੂੰ, ਏਅਰ ਫੋਰਸ ਨੂੰ, ਟੀਮਸ ਨੂੰ ਜਿਹੜਾ ਮੌਕਾ ਮਿਲਿਆ ਤਾਂ ਉਹਨਾਂ ਨੇ ਵੈਨੇਜ਼ੁਏਲਾ ਦੇ ਵਿੱਚ ਜਾ ਕੇ ਦਾਖਲ ਹੋ ਕੇ ਕਰਾਕਸ ਤੋਂ ਜਿਹੜੇ ਮਡੂਰੋ ਤੇ ਉਸਦੀ ਵਾਈਫ ਆ ਸੀਲੀਆ ਫਲੋਰਸ, ਉਹਨਾਂ ਨੂੰ ਜਿਹੜਾ ਉੱਥੇ ਲੈ ਆਂਦਾ ਸੀ, ਚੱਕ ਜਿਹੜਾ ਉਹ ਲਿਆਂਦਾ ਸੀਗਾ। ਸੋ ਮਾਰਕੋ ਰੂਬੀਓ ਹੋਣਾ ਨੇ ਤੇ ਰਾਸ਼ਟਰਪਤੀ ਟਰੰਪ ਹੋਣਾ ਨੇ ਉਸ ਦਿਨ ਇਹੀ ਜਿਹੜਾ ਆਖਿਆ ਸੀਗਾ ਵੀ ਇਹ ਕਿਸੇ ਮੁਲਕ ਦੇ ਰਾਸ਼ਟਰਪਤੀ ਨੂੰ ਨਹੀਂ ਚੱਕਿਆ, ਇਹ ਸਾਡਾ ਵਾਂਟਡ ਬੰਦਾ ਸੀ, ਇੰਡਾਈਟਡ ਬੰਦਾ ਆ, ਜਿਸ ਦੇ ਉੱਤੇ ਨਾਰਕੋ ਟੈਰਰਿਜ਼ਮ ਦੇ, ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਉਹਦੇ ਚਾਰਜਿਸ ਦਾ ਸਾਹਮਣਾ ਜਿਹੜਾ ਇਸ ਨੂੰ ਹੁਣ ਕਰਨਾ ਪਵੇਗਾ। ਸੋ ਉੱਥੇ ਜਿਹੜੀਆਂ ਹਰਜੋਤ ਸਿੰਘ ਜੀ ਰਸ਼ੀਆ ਦੀਆਂ ਐਂਟੀ ਏਅਰਕ੍ਰਾਫਟ ਮਿਜ਼ਾਈਲਸ, ਐਂਟੀ ਏਅਰਕ੍ਰਾਫਟ ਡਿਫੈਂਸ ਸਿਸਟਮ ਉਹ ਵੀ ਲੱਗਾ ਹੋਇਆ ਸੀਗਾ। ਚਾਈਨਾ ਦੇ ਜਿਹੜੇ ਮੇਨ ਬੰਦੇ ਆ ਉਹ ਉਸੇ ਹੀ ਰਾਤ ਨੂੰ, ਮਤਲਬ ਜਿਸ ਦਿਨ ਇਹਨੂੰ ਚੱਕਿਆ ਗਿਆ ਉਸ ਤੋਂ ਇੱਕ ਸ਼ਾਮ ਪਹਿਲਾਂ, ਕੁਛ ਘੰਟੇ ਪਹਿਲਾਂ ਮਡੂਰੋ ਦੇ ਨਾਲ ਮੁਲਾਕਾਤ ਕਰਕੇ ਆਏ ਸੀ। ਜਿੱਥੇ ਹੁਣ ਚਾਈਨੀਜ਼ ਐਡਾ ਵੱਡੀ ਡੈਲੀਗੇਸ਼ਨ ਗਈ ਹੈ, ਉਹਨਾਂ ਦੀ ਆਪਣੀ ਇੰਟੈਲੀਜੈਂਸ ਉੱਥੇ ਹੁੰਦੀ ਆ, ਰਸ਼ੀਆ ਵਾਲਿਆਂ ਦੀ ਆਪਣੀ ਇੰਟੈਲੀਜੈਂਸ ਜਿਹੜੀ ਉੱਥੇ ਹੁੰਦੀ ਆ, ਪਰ ਉਹ ਸਾਰੀਆਂ ਦੀਆਂ ਸਾਰੀਆਂ ਫੇਲ ਹੋ ਗਈਆਂ। ਸੋ ਇਹਦੇ ਵਿੱਚ ਅਮਰੀਕਾ ਦੀ ਜਿਹੜੀ ਕਹਿ ਲਓ ਵੀ ਫੌਜ ਦਾ ਤੇ ਇਹਨਾਂ ਦੀ ਇੰਟੈਲੀਜੈਂਸ ਦਾ ਤੇ ਇਹਨਾਂ ਦੀ ਕਮਿਊਨੀਕੇਸ਼ਨ ਦਾ ਤੋੜ ਜਿਹੜੇ ਇਸ ਟਾਈਮ ਟੌਪ ਦੇ ਮੁਲਕ ਮੰਨੇ ਜਾਂਦੇ ਆ, ਚਾਹੇ ਉਹ ਚੀਨ ਆ ਤੇ ਚਾਹੇ ਉਹ ਰਸ਼ੀਆ ਆ, ਉਹਨਾਂ ਦੇ ਕੋਲ ਤੋੜ ਨਹੀਂ ਰਿਹਾ। ਹਵਾਵਈ ਜਿਹੜੀ ਇੱਕ ਕੰਪਨੀ ਆ ਚਾਈਨਾ ਦੀ, ਜਿਸ ਦੇ ਉੱਤੇ ਡਿਪੈਂਡੈਂਟ ਆ ਚਾਈਨਾ ਆਪਣੀ ਇੰਟੈਲੀਜੈਂਸ ਦੇ ਲਈ, ਉਹ ਇੱਥੇ ਆ ਕੇ ਫੇਲ ਹੋ ਚੁੱਕੀ ਆ। ਹਵਾਵਈ ਨੂੰ ਆਲਰੇਡੀ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਆ। ਹਵਾਵਈ ਦੇ ਕੋਈ ਬਾੜੇ ਜਿਹੜੇ ਇੱਥੇ ਹਰਜੋਤ ਸਿੰਘ ਜੀ ਕਹਿ ਲਓ ਵੀ ਇਕਵਿਪਮੈਂਟ ਆ ਉਹ ਨਹੀਂ ਮਿਲਦਾ। ਕੈਨੇਡਾ ਦੇ ਵਿੱਚ ਹਵਾਵਈ ਦੀ ਜਿਹੜੀ ਮੇਨ ਮਾਲਕ ਆ ਉਸਦੀ ਕੁੜੀ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕਰਕੇ ਜਿਹੜਾ ਉਹ ਰੱਖਿਆ ਸੀ। ਫਿਰ ਉਹਨਾਂ ਨੇ ਕੈਨੇਡੀਅਨਸ ਨੂੰ ਕਈਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ, ਫਿਰ ਇਵੈਂਚੁਅਲੀ ਜਿਹੜੀ ਉਹ ਛੱਡੀ ਜਿਹੜੀ ਉਹ ਗਈ ਸੀਗੀ। ਸੋ ਇੰਟੈਲੀਜੈਂਸ ਫੇਲੀਅਰ ਚਾਈਨਾ, ਵੈਨੇਜ਼ੁਏਲਾ ਤੇ ਰਸ਼ੀਆ ਦਾ ਜਿਹੜਾ ਉੱਥੇ ਵੱਡਾ ਰਿਹਾ। ਅਮਰੀਕਾ ਦੀ ਜਿਹੜੀ ਕਹਿ ਸਕਦੇ ਹਾਂ ਵੀ ਤਕਨੀਕ ਦਾ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੇ ਮਡੂਰੋ ਨੂੰ ਚੱਕ ਕੇ ਲਿਆਉਣ ਦੇ ਵਿੱਚ ਝੰਡੀ ਜਿਹੜੀ ਉਹ ਰਹੀ ਹੈਗੀ ਆ। ਸੋ ਇਹ ਇੱਕ ਬੜਾ ਗੁੱਡ ਪੁਆਇੰਟ ਓਵਰਆਲ ਅਮਰੀਕਾ ਦੇ ਲਈ ਜਿਹੜਾ ਉਹ ਰਿਹਾ ਆ। ਪਿਛਲੇ ਕਈ ਸਮੇਂ ਤੋਂ ਇਹ ਚਰਚਾ ਜਿਹੜੀ ਚੱਲ ਰਹੀ ਸੀ ਵੀ ਜਿਹੜੇ ਚੀਨ ਵਾਲੇ ਆ ਉਹ ਅਮਰੀਕਾ ਨੂੰ ਮਿਲਟਰੀਲੀ ਟੈਕਨੋਲੋਜੀ ਦੇ ਵਿੱਚ ਪਛਾੜ ਜਿਹੜਾ ਹੋ ਸਕਦੇ ਆ, ਪਰ ਇਸ ਜਿਹੜੇ ਅਟੈਕ ਦੇ ਕੁਝ ਘੰਟਿਆਂ ਦੇ ਜਿਹੜੇ ਆਪਰੇਸ਼ਨ ਨੇ ਉਹ ਕਾਫੀ ਚੀਜ਼ਾਂ ਜਿਹੜੀਆਂ ਗਲਤ ਸਿੱਧ ਕਰ ਦਿੱਤੀਆਂ। ਬਾਕੀ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਜਿਹੜਾ ਉਹ ਕਾਇਮ
ਜਿਹੜਾ ਆ ਉਹ ਕਰ ਦਿੱਤਾ ਇਸ ਅਟੈਕ ਦੇ ਨਾਲ, ਇਸ ਆਪਰੇਸ਼ਨ ਦੇ ਨਾਲ। ਜਿੱਦਾਂ ਤੁਸੀਂ ਦੱਸਿਆ ਵੀ ਇਸ ਨੂੰ ਹੁਣ ਜਿਹੜਾ ਮੈਨਹੈਟਨ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਦਾਲਤ ਦੇ, ਜਿਹੜਾ ਉਹ ਸਾਹਮਣੇ ਆ। ਉਧਰ ਰਾਸ਼ਟਰਪਤੀ ਟਰੰਪ ਨੇ ਹੁਣ ਵੈਸਟਰਨ ਹੈਮਿਸਫੀਅਰ ਦੇ ਵਿੱਚ ਆਪਣਾ ਦਬਦਬਾ ਹੋਰ ਕਾਇਮ ਕਰਨ ਦੇ ਲਈ ਦੋ ਜਿਹੜੀਆਂ ਅਜਿਹੀਆਂ ਸਟੇਟਮੈਂਟ ਦਿੱਤੀਆਂ, ਜਿਹਦੇ ਨਾਲ ਹੁਣ ਇੱਕ ਹਿਸਾਬ ਦੇ ਨਾਲ ਸਾਰੇ ਜਾਣੇ ਹੀ ਜਿੱਦਾਂ ਕਹਿ ਲਓ ਵੀ ਪੱਬਾਂ ਭਾਰ ਹੋਏ ਬੈਠੇ ਆ ਵੀ ਹੁਣ ਅਗਲਾ ਨੰਬਰ ਕਿਸ ਦਾ ਆ ਸਕਦਾ ਆ। ਕਿਊਬਾ ਨੂੰ ਤਾਂ ਉਸੇ ਹੀ ਦਿਨ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਸੀਗੀ ਮਾਰਕੋ ਰੂਬੀਓ ਹੁਣਾਂ ਦੇ ਦੁਆਰਾ ਵੀ ਜੇ ਮੈਂ ਕਿਊਬਨ ਹੋਵਾਂ, ਜੇ ਮੈਂ ਕਿਊਬਾ 'ਚ ਹੋਵਾਂ ਤਾਂ ਮੈਨੂੰ ਹੁਣ ਫਿਕਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਅਗਲੀ ਵਾਰੀ ਕਿਤੇ ਉਹਨਾਂ ਦੀ ਜਿਹੜੀ ਉਹ ਨਾ ਆ ਜਾਵੇ। ਅੱਜ ਜਿਹੜੇ ਰਾਸ਼ਟਰਪਤੀ ਟਰੰਪ 에ਅਰ ਫੋਰਸ 1 ਦੇ ਉੱਤੇ ਜਦੋਂ ਉਹ ਸਵਾਰ ਸੀਗੇ ਤਾਂ ਉਹਨਾਂ ਨੂੰ ਕੁਛ ਜਿਹੜੀਆਂ ਗੱਲਾਂ ਪੁੱਛੀਆਂ ਕਹੀਆਂ ਗਈਆਂ, ਤਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮਿਲਟਰੀ ਆਪਰੇਸ਼ਨ ਫੋਕਸਡ ਔਨ ਕੋਲੰਬੀਆ ਗਵਰਨਮੈਂਟ, ਕਹਿੰਦੇ ਸਾਊਂਡਸ ਗੁੱਡ ਟੂ ਹਿਮ। ਸੋ ਹੁਣ ਕੋਲੰਬੀਆ ਵਾਲੇ ਪੱਬਾਂ ਭਾਰ ਜਿਹੜੇ ਉਹ ਹੋ ਗਏ ਹੋਣੇ ਆ ਵੀ ਸਾਨੂੰ ਹੁਣ ਪਤਾ ਨਹੀਂ ਵੀ ਅਗਲਾ ਨੰਬਰ ਜਿਹੜਾ ਉਹ ਉਧਰ ਨਾ ਆ ਜਾਵੇ। ਕੋਲੰਬੀਆ ਵੀ ਇੱਕ ਅਜਿਹਾ ਬਦਨਾਮ ਮੁਲਕ ਆ ਜਿੱਥੇ ਜਿਹੜਾ ਡਰੱਗ ਦਾ ਧੰਦਾ ਸ਼ਰੇਆਮ ਤੇ ਬੜੇ ਹੀ ਵੱਡੇ ਪੈਮਾਨੇ ਦੇ ਉੱਤੇ ਚੱਲਦਾ ਆ। ਪਾਬਲੋ ਐਸਕੋਬਾਰ ਕੋਲੰਬੀਆ ਤੋਂ ਹੀ ਸੀਗਾ, ਉਹਦੇ ਹੀ ਜੰਗਲਾਂ ਦੇ ਵਿੱਚ ਜਿਹੜਾ ਕੋਕੇਨ ਦੀ ਉੱਥੇ ਪੈਦਾਵਾਰ ਇੱਕ ਹਿਸਾਬ ਦੇ ਨਾਲ ਉਹ ਕਰਕੇ ਤੇ ਅਮਰੀਕਾ ਦੇ ਨਾਲ ਦੁਨੀਆ ਭਰ ਦੇ ਵਿੱਚ ਕੋਕੇਨ ਦਾ ਜਿਹੜਾ ਜਾਲ ਆ, ਨਾਰਕੋਟਿਕਸ ਦਾ ਜਿਹੜਾ ਜਾਲ ਆ, ਉਹਨਾਂ ਨੇ ਉੱਥੇ ਫਸਾਇਆ ਹੋਇਆ ਸੀਗਾ। ਉਹਨਾਂ ਦਾ ਧੜੱਲੇ ਦੇ ਨਾਲ ਉਹ ਕੁਛ ਕੋਲੰਬੀਆ ਦੇ ਇਲਾਕਿਆਂ ਦੇ ਵਿੱਚ ਪੂਰਾ ਜ਼ੋਰ ਜਿਹੜਾ ਉਹ ਚੱਲਦਾ ਆ। ਸੋ ਰਾਸ਼ਟਰਪਤੀ ਟਰੰਪ ਦਾ ਕੋਲੰਬੀਆ ਦੇ ਉੱਤੇ ਮਿਲਟਰੀ ਆਪਰੇਸ਼ਨ ਸਾਊਂਡਸ ਗੁੱਡ ਟੂ ਹਿਮ ਕਹਿਣ ਤੋਂ ਬਾਅਦ ਦੇ ਵਿੱਚ ਹੁਣ ਕੋਲੰਬੀਆ ਨੂੰ ਜਿਹੜੀ ਧੜਥੱਲੀ ਆ ਉਹ ਮੱਚ ਚੁੱਕੀ ਜਿਹੜੀ ਉਹ ਹੋਣੀ ਆ। ਸੋ ਕੋਲੰਬੀਆ ਨੇ ਹੁਣ ਅੱਗੋਂ ਇਹ ਬਿਆਨ ਦਿੱਤਾ ਆ, ਜਿੱਥੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਕੋਲੰਬੀਆ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਸੀ ਟਰੰਪ ਹੁਣਾਂ ਨੂੰ। ਕਹਿੰਦੇ ਵੀ ਜਿਹੜੀ ਅਨਡਿਊ ਇੰਟਰਫੀਅਰੈਂਸ ਆ ਉਹ ਕੋਲੰਬੀਆ ਦੇ ਇੰਟਰਨਲ ਅਫੇਅਰ ਦੇ ਵਿੱਚ ਨਾ ਕਰੋ, ਇੰਟਰਨੈਸ਼ਨਲ ਲਾਅ ਦੇ ਵਿੱਚ। ਤੇ ਜਿਹੜੇ ਪੈਟਰੋ ਨੇ ਉੱਥੋਂ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ, ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਹੋਮਲੈਂਡ ਨੂੰ ਡਿਫੈਂਡ ਕਰਾਂਗੇ, ਚਾਹੇ ਜਿਹੜੇ ਟਰੰਪ ਆ ਉਹ ਜਿੰਨੀਆਂ ਮਰਜ਼ੀ ਧਮਕੀਆਂ ਜਿਹੜੀਆਂ ਉਹ ਦਿੰਦੇ ਰਹਿਣ। ਕਿਸੇ ਟਾਈਮ ਦੇ ਉੱਤੇ ਲੈਫਟਿਸਟ ਫਾਈਟਰ ਜਿਹੜੇ ਉਹ ਪੈਟਰੋ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਵਾਇਲੈਂਟ ਯੂਐਸ ਦੀ ਜਿਹੜੀ ਇੰਟਰਵੈਂਸ਼ਨ ਆ ਕੋਲੰਬੀਆ ਦੇ ਵਿੱਚ, ਜਿੱਦਾਂ ਦੀ ਉਹਨਾਂ ਨੇ ਵੈਨੀਜ਼ੂਏਲਾ ਦੇ ਵਿੱਚ ਕੀਤੀ ਆ, ਉਹਦਾ ਅਸੀਂ ਜਿਹੜਾ ਉਹ ਰਿਸਪੌਂਸ ਦੇਵਾਂਗੇ। ਉਹ ਕਹਿੰਦੇ ਵੀ ਮੈਂ ਸਹੁੰ ਖਾਧੀ ਸੀ ਵੀ ਵੈਪਨ ਕਦੀ ਜਿਹੜਾ ਉਹ ਟੱਚ ਨਹੀਂ ਕਰੂੰਗਾ, ਪਰ ਜੇ ਮੁਲਕ ਦੀ ਗੱਲ ਆਉਂਦੀ ਆ ਤਾਂ ਆਈ ਵਿਲ ਟੇਕ ਅਪ ਆਰਮਸ ਅਗੇਨ। ਜਿਹੜੇ ਪੈਟਰੋ ਆ ਉਹਨਾਂ ਨੇ ਇਸ ਹਮਲੇ ਦੀ ਕਾਫੀ ਜਿਹੜੀ ਨਿੰਦਾ ਆ ਟਰੰਪ ਹੋਣਾ ਦੇ ਇਸ ਹਮਲੇ ਦੀ ਵੈਨੀਜ਼ੂਏਲਾ ਦੇ ਵਿੱਚ ਉਹ ਕੀਤੀ ਹੈਗੀ ਆ। ਅੱਜ ਜਦੋਂ ਟਰੰਪ ਹੋਣਾ ਨੇ ਕੋਲੰਬੀਆ ਦੇ ਉੱਤੇ ਪੋਸੀਬਲ ਮਿਲਟਰੀ ਸਟ੍ਰਾਈਕਸ ਦੀ ਗੱਲ ਕੀਤੀ ਆ ਡਰੱਗ ਟ੍ਰੈਫਿਕਿੰਗ ਨੂੰ ਰੋਕਣ ਦੇ ਬਾਬਤ, ਤਾਂ ਇਹ ਜਿਹੜਾ ਬਿਆਨ ਆ ਉਧਰੋਂ ਆਇਆ ਆ। ਇਹ ਦੋਨੋਂ ਹੀ ਲੀਡਰ ਟਰੰਪ ਤੇ ਪੈਟਰੋ ਇੱਕ ਦੂਜੇ ਨੂੰ ਗੁੱਥਾ ਕਹਿ ਲਓ ਵੀ ਇਨਸਲਟਸ ਟ੍ਰੇਡ ਅਕਸਰ ਕਰਦੇ ਹੀ ਜਿਹੜੇ ਹੋ ਰਹਿੰਦੇ ਆ। ਤੇ ਪਿਛਲੇ ਕੁਝ ਸਮੇਂ ਦੇ ਵਿੱਚ ਮਾਹੌਲ ਇਹਨਾਂ ਦੇ ਰਿਸ਼ਤਿਆਂ ਦਾ ਜਿਹੜਾ ਕਹਿ ਸਕਦੇ ਆ ਵੀ ਹੋਰ ਵੀ ਤਣਾਅਪੂਰਨ ਬਣ ਚੁੱਕਾ ਹੈਗਾ ਆ। ਸੋ ਪ੍ਰੈਜ਼ੀਡੈਂਟ ਨੇ ਵੀਕਐਂਡ ਦੇ ਉੱਤੇ ਪੈਟਰੋ ਨੂੰ ਕਿਹਾ ਸੀ ਵਾਚ ਹਿਜ਼, ਹੁਣ ਉਹ ਸ਼ਬਦ ਮੈਂ ਇੱਥੇ ਬੋਲ ਨਹੀਂ ਸਕਦਾ, ਵੀ ਜਦੋਂ ਵੈਨੀਜ਼ੂਏਲਾ ਨੂੰ ਕਹਿੰਦੇ ਵੀ ਨਿਕੋਲਸ ਮੈਡੂਰੋ ਨੂੰ ਉੱਥੋਂ ਚੱਕ ਲਿਆਂਦਾ ਸੀਗਾ ਤੇ ਕਹਿੰਦੇ ਵੀ ਇਲੀਗਲ ਇਹ ਮੰਨਿਆ ਗਿਆ ਇਸ ਐਕਸ਼ਨ ਨੂੰ ਕਈ ਜਿਹੜੇ ਇੰਟਰਨੈਸ਼ਨਲ ਲਾਅ ਦੇ ਸਕਾਲਰਸ ਆ ਉਸ ਦੇ ਜਿਹੜਾ ਉਹ ਮੁਤਾਬਕ। ਪਰ ਡਰੱਗ ਟ੍ਰੈਫਿਕਿੰਗ ਦੇ ਨਾਮ ਦੇ ਉੱਤੇ ਮੈਡੂਰੋ ਨੇ ਜੋ ਉੱਥੇ ਗੰਦ ਪਾਇਆ ਹੋਇਆ ਸੀਗਾ ਉਸ ਨੂੰ ਲੈ ਕੇ ਉੱਥੋਂ ਦੇ ਲੋਕ ਤੇ ਦੁਨੀਆ ਭਰ ਦੇ ਵਿੱਚ ਹੋਰ ਪਾਸਿਓਂ ਯੂਰਪੀਅਨ ਸੰਘ ਜਾਂ ਯੂਰਪੀਅਨ ਮੁਲਕ, ਉਹਨਾਂ ਸਾਰਿਆਂ ਨੇ ਪੂਰਾ ਜਿਹੜਾ ਸਮਰਥਨ ਆ ਅਮਰੀਕਾ ਦੇ ਇਸ ਆਪਰੇਸ਼ਨ ਦਾ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਵੈਨਜ਼ੂਏਲਾ ਤੋਂ ਬਾਅਦ ਕੋਲੰਬੀਆ ਤੇ ਉਸ ਤੋਂ ਬਾਅਦ ਈਰਾਨ, ਗ੍ਰੀਨਲੈਂਡ, ਸਾਰਿਆਂ ਨੂੰ ਜਿਹੜਾ ਆ ਹੁਣ ਫਿਕਰ ਪਿਆ ਹੋਇਆ ਆ ਵੀ ਨੈਕਸਟ ਉਹਨਾਂ ਚੋਂ ਕੋਈ ਵੀ ਹੋ ਸਕਦਾ ਹੈਗਾ ਆ। ਮਦੂਰੋ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ ਆ, ਇਸ ਕਰਕੇ ਕੋਈ ਵੀ ਜਿਹੜਾ ਫਾਈਨੈਂਸ਼ੀਅਲੀ ਲਾਇਰ ਜਾਂ ਹੋਰ ਉਹਦੇ ਨਾਲ ਜਿਹੜਾ ਕਰੂਗਾ ਉਹਨੂੰ ਰਿਪਰੈਜ਼ੈਂਟ, ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪਊਗੀ। ਮਦੂਰੋ ਦੀ ਵਾਈਫ ਜਿਹੜੀ ਆ ਸਿਲੀਆ ਫਲੋਰਸ, ਉਹ ਵੀ ਕਸਟਡੀ ਦੇ ਵਿੱਚ ਆ। ਕਹਿੰਦੇ ਵੀ ਉਹਨੇ ਵੀ ਜਿਹੜਾ ਆ ਡੀਲਿੰਗ, ਜਿਹੜੀ ਡਰੱਗ ਡੀਲਿੰਗ ਆ ਉਹਦੇ ਵਿੱਚ ਉਹ ਇਨਵੋਲਵ ਰਹੀ ਹੈਗੀ ਆ। ਜਿਹੜਾ ਮਦੂਰੋ ਆ ਉਸ ਨੂੰ ਕਹਿੰਦੇ ਭਈ ਇੱਕ ਅਟਾਰਨੀ ਜਿਹੜਾ ਆ ਬੈਰੀ ਪੋਲੈਕ, ਬੜਾ ਟੌਪ ਦਾ ਟਰਾਇਲ ਲਾਇਰ ਹੈਗਾ ਆ, ਉਸ ਨੂੰ ਰਿਪਰੈਜ਼ੈਂਟ ਕਰੂਗਾ। ਇਹ ਉਹੀ ਆ ਜਿਹਨੇ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜ ਨੂੰ ਰਿਪਰੈਜ਼ੈਂਟ ਕੀਤਾ ਸੀ।
ਫਲੋਰਸ ਜਿਹੜੀ ਉਹਦੀ ਵਾਈਫ ਆ ਉਹਨੂੰ ਟੈਕਸਸ ਦੇ ਅਟਾਰਨੀ ਮਾਰਕ ਡੌਨਲੇ ਉਹ ਜੋ ਆ ਰਿਪਰੈਜ਼ੈਂਟ ਕਰਨ ਜਾ ਰਹੇ ਹੈਗੇ ਆ। 25 ਸਾਲਾਂ ਤੋਂ ਕਰਪਸ਼ਨ, ਅਬਿਊਜ਼ ਆਫ ਪਾਵਰ, ਡਰੱਗ ਦੇ ਵਿੱਚ ਇਨਵੋਲਵ ਇਹ ਜਿਹੜੇ ਚਾਰजेस ਆ ਮਦੂਰੋ ਦੇ ਉੱਤੇ ਲਾਏ ਗਏ ਹੈਗੇ ਆ। ਸੋ ਯੂਐਨ ਦੇ ਵਿੱਚ ਵੀ ਅੱਜ ਮੀਟਿੰਗ ਚੱਲ ਰਹੀ ਆ। ਬਹੁਤ ਸਾਰੇ ਕਈ ਮੁਲਕ ਕਹਿ ਰਹੇ ਆ ਵੀ ਦੇਖੋ ਜੀ ਇਹ ਹੈਡ ਨੂੰ ਚੱਕ ਲਿਆ ਆ, ਇੱਦਾਂ ਚਾਰजेस ਨਹੀਂ ਲੱਗਣੇ ਚਾਹੀਦੇ। ਪਰ ਅਮਰੀਕਾ ਵਾਲੇ ਇਹ ਕਹਿ ਰਿਹਾ ਵੀ ਅਸੀਂ ਉਹਨੂੰ ਰਿਕੋਗਨਾਈਜ਼ ਨਹੀਂ ਕੀਤਾ। ਬਹੁਤ ਸਾਰੇ ਮੁਲਕਾਂ ਨੇ ਰਿਕੋਗਨਾਈਜ਼ ਨਹੀਂ ਕੀਤਾ ਕਿਉਂਕਿ ਜਿਹੜੀ ਉੱਥੇ ਆਪੋਜੀਸ਼ਨ ਦੀ ਲੀਡਰ ਆ ਉਹ ਇਲੈਕਸ਼ਨ ਦੇ ਵਿੱਚ ਜਿੱਤ ਗਈ ਸੀਗੀ। ਸੋ ਇਹ ਧੱਕੇ ਦੇ ਨਾਲ ਉੱਥੇ ਜਿਹੜਾ ਬੈਠਾ ਹੋਇਆ ਸੀ। ਸੋ ਮਡੂਰੋ ਦੇ ਤੇ ਉਸਦੀ ਵਾਈਫ ਦੇ ਤੇ 2 ਹੋਰ ਪੋਲੀਟੀਸ਼ੀਅਨ ਤੇ ਉਹਦਾ ਜਿਹੜਾ ਸਨ ਆ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਉਹ ਟ੍ਰੈਨ ਦੇ ਅਰੋਂਗਾ ਜੋ ਗੈਂਗ ਆ, ਉਹਨੂੰ ਵੀ ਜਿਹੜਾ ਲੀਡ ਕਰਦੇ ਹੈਗੇ ਆ। ਸੋ ਕਈ ਸਾਰੇ ਜਿਹੜੀ ਉਹਦੀ ਜਿਹੜੀ ਗਵਰਨਮੈਂਟ ਦੇ ਵਿੱਚ ਪੋਲੀਟੀਸ਼ੀਅਨਸ ਹੈਗੇ ਆ, ਉਹ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ। ਇਸੇ ਕਰਕੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਹੁਣ ਯੂਐਸ ਜਿਹੜਾ ਆ ਉਹ ਇੰਚਾਰਜ ਆ ਵੈਨਜ਼ੂਏਲਾ ਦਾ ਤੇ ਜਿਹੜੇ ਉੱਥੇ ਇੰਟਰਮ ਲੀਡਰਸ ਹੈਗੇ ਆ ਉਹਨਾਂ ਨੂੰ ਕੋਆਪਰੇਟ ਕਰਨਾ ਪਊਗਾ ਅਮਰੀਕਾ ਦੇ ਨਾਲ। ਤੇ ਜਿਹੜੇ ਵੀ ਲੋਕ ਇਸ ਕੰਮ ਦੇ ਵਿੱਚ ਇਨਵੋਲਵ ਸੀ ਤੇ ਉਹ ਸਾਨੂੰ ਫੜਾਣੇ ਪਊਗੇ। ਡੈਲਸੀ ਰੋਦਰੀਗਸ ਜੋ ਇੰਟਰਮ ਲੀਡਰ ਉੱਥੇ ਦੀ ਇਸ ਟਾਈਮ ਕੰਮ ਕਰ ਰਹੀ ਆ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਸੀ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਤੋਂ ਬਾਅਦ। ਤੇ ਉਹਦੇ ਨਾਲ ਜੋ ਮਾਰਕੋ ਰੂਬੀਓ ਆ ਉਹ ਮੰਨੇ ਵੀ ਹੈਗੇ ਆ ਵੀ ਮੇਰੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਿਲਟਰੀ ਐਕਸ਼ਨ ਆ ਕੋਲੰਬੀਆ ਦੇ ਅਗੇਂਸਟ ਵੀ ਹੋ ਸਕਦਾ ਹੈਗਾ ਆ। ਕਿਊਬਾ ਦੇ ਅਗੇਂਸਟ ਵੀ ਜਿਹੜਾ ਹੋ ਸਕਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਮੁਲਕਾਂ ਨੂੰ ਆ ਇਸ ਟਾਈਮ ਜਿਹੜਾ ਇੱਕ ਤਰ੍ਹਾਂ ਨਾਲ ਫਿਕਰ ਪਿਆ ਹੋਇਆ ਆ। ਨਾਟੋ ਦੇ ਅਲਾਈ ਡੈਨਮਾਰਕ ਉਹਨਾਂ ਨੇ ਵੀ ਕਿਹਾ ਵੀ ਸਾਡਾ ਜਿਹੜਾ ਏਰੀਆ ਆ ਗ੍ਰੀਨਲੈਂਡ ਉਹ ਵੀ ਇਸ ਟਾਈਮ ਖਤਰੇ ਦੇ ਵਿੱਚ ਆ ਵੀ ਪਤਾ ਨਹੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਉਸ ਸੰਬੰਧ ਦੇ ਵਿੱਚ ਕੀ ਕਰਨਾ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਵੈਨਜ਼ੂਏਲਾ ਨੇ ਬਹੁਤ ਸਾਰਾ ਜਿਹੜਾ ਆ ਯੂਐਸ ਦਾ ਆਇਲ ਉਹ ਚੋਰੀ ਕੀਤਾ ਹੈਗਾ ਆ ਕਿਉਂਕਿ ਜੋ ਅਮਰੀਕਨ ਕੰਪਨੀਆਂ ਨੇ ਪਲੇ ਕਰਨਾ ਹੈ ਹੁਣ ਉਸ ਕੰਟਰੀ ਦੇ ਪੈਟਰੋਲੀਅਮ ਇੰਡਸਟਰੀ ਦੇ ਵਿੱਚ ਡਿਵੈਲਪ ਕਰਨ ਦੇ ਲਈ। 1900s ਦੇ ਅਰਲੀ ਦੇ ਵਿੱਚ ਵੀ ਕਹਿੰਦੇ ਸਪੋਰਟ ਕੀਤੀ ਸੀ ਪਰ 20th ਸੈਂਚੁਰੀ ਦੇ ਵਿੱਚ ਜਿਹੜੇ ਵੈਨਜ਼ੂਏਲਾ ਤੇ ਇਹਨਾਂ ਦੀ ਜਿਹੜੀ ਇੰਡਸਟਰੀ ਆ ਉਹਨਾਂ ਨੇ ਪ੍ਰੋਡਕਸ਼ਨ ਬੰਦ ਕਰ ਦਿੱਤੀ ਤੇ ਪੂਰੀ ਤਰ੍ਹਾਂ ਜਿਹੜਾ ਮੁਲਕ ਆ ਉਸ ਨੂੰ ਮੈਸ ਅਪ ਕਰ ਦਿੱਤਾ ਜਦ ਕਿ ਉਹ ਆਪ ਅਮੀਰ ਬਣਦੇ ਰਹੇ ਤੇ ਲੋਕ ਜਿਹੜੇ ਆ ਉੱਥੇ ਦੇ ਬਹੁਤ ਸਾਰੇ ਜਿਹੜੇ ਗਰੀਬ ਹੁੰਦੇ ਰਹੇ ਹੈਗੇ ਆ। ਸਟੀਵ ਬੈਲਡੈਕ ਪ੍ਰੋਫੈਸਰ ਹੈਗੇ ਜਾਰਜ ਟਾਊਨ ਯੂਨੀਵਰਸਿਟੀ ਲਾ ਸੈਂਟਰ ਦੇ ਉਹਨਾਂ ਨੇ ਇਹ ਕਿਹਾ ਵੀ ਮਦੂਰੋ ਜੋ ਆ ਕਾਫੀ ਜ਼ਿਆਦਾ ਜਿਹੜੇ ਆਬਜੈਕਸ਼ਨਸ ਆ ਇਸ ਪ੍ਰੋਸੀਕਿਊਸ਼ਨ ਦੇ ਵਿੱਚ ਰੇਜ਼ ਕਰੂਗਾ ਕਿ ਉਹਦੀ ਜਿਹੜੀ ਆ ਅਰੈਸਟ ਆ ਉਹ ਅਨਲਾਫੁਲ ਹੈਗੀ ਆ। ਇਹ ਸੇਮ ਕਹਿੰਦੇ ਉਸ ਤਰ੍ਹਾਂ ਜਿਸ ਤਰ੍ਹਾਂ ਪਨਾਮਾ ਦਾ ਜਿਹੜਾ ਡਿਕਟੇਟਰ ਆ ਉਸ ਟਾਈਮ ਉਹਨੂੰ ਉੱਥੇ ਚੱਕ ਕੇ ਲਿਆਏ ਸੀਗੇ ਉਹਦੇ ਤੇ ਵੀ ਇਦਾਂ ਹੀ ਉਹ ਕਹਿ ਰਹੇ ਸੀ ਵੀ ਨਹੀਂ ਜੀ ਇਹ ਗਲਤ ਹੈਗਾ ਆ। ਯੂਐਸ ਨੇ ਡਿਫੈਂਡ ਕੀਤਾ ਆ ਮਦੂਰੋ ਦਾ ਅਰੈਸਟ ਯੂਐਨ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਆ ਵੀ ਲਾ ਇਨਫੋਰਸਮੈਂਟ ਸਾਡਾ ਆਪਰੇਸ਼ਨ ਸੀਗਾ ਕਿ ਨਾਰਕੋ ਟੈਰਰਿਜ਼ਮ ਨੂੰ ਖਤਮ ਕਰਨਾ ਇਸੇ ਕਰਕੇ ਅਸੀਂ ਜਿਹੜਾ ਅਟੈਕ ਕੀਤਾ ਹੈਗਾ ਆ। ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਡੂਰੋ ਜੋ ਹੈਗਾ ਆ ਤੇ ਉਹਦੀ ਵਾਈਫ ਦੋਨੋਂ ਹੀ ਅੱਜ ਕੋਰਟ ਦੇ ਵਿੱਚ ਪੇਸ਼ ਹੋਣ ਜਾ ਰਹੇ ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰ ਰਹੀ ਆ। ਬਹੁਤ ਸਾਰੇ ਜਿਹੜੇ ਮੁਲਕ ਆ ਉਹ ਦੱਬੀ ਆਵਾਜ਼ 'ਚ ਗੱਲ ਕਰ ਰਹੇ ਆ ਕੋਈ ਓਪਨਲੀ ਨਹੀਂ ਜਿਹੜਾ ਆ ਉਲਟਾ ਆ ਅਮਰੀਕਾ ਦੇ ਇਸ ਐਕਸ਼ਨ ਤੇ। ਮਮਦਾਨੀ ਨੇ ਇਹ ਕਿਹਾ ਆ ਵੀ ਜੋ ਮਦੂਰੋ ਨੂੰ ਇੱਥੇ ਚੱਕ ਕੇ ਲਿਆਇਆ ਗਿਆ ਆ ਉਹ ਗਲਤ ਗੱਲ ਹੈਗੀ ਆ ਜੋ ਨਵੇਂ ਚੁਣੇ ਜਿਹੜੇ ਨਿਊਯਾਰਕ ਦੇ ਮੇਅਰ ਹੈਗੇ ਆ। ਸੋ ਮਾਰਕ ਡੌਨਲੀ ਇਹ ਬੜਾ ਟੌਪ ਦਾ ਵਕੀਲ ਹੈਗਾ ਆ ਜੋ ਮਦੂਰੋ ਦੀ ਜਿਹੜੀ ਵਾਈਫ ਆ ਉਸ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਹੈਗਾ ਆ। ਕਿਊਬਾ ਵਾਲੇ ਕਹਿ ਰਹੇ ਆ ਵੀ ਹਵਾਨਾ ਦੀ ਇੰਟੈਲੀਜੈਂਸ ਤੇ ਮਿਲਟਰੀ ਟਾਈਜ਼ ਜਿਹੜੀਆਂ ਐਕਸਪੋਜ਼ ਹੋਈਆਂ ਹੈਗੀਆਂ ਆ ਮਡੂਰੋ ਰੇਡ ਦੇ ਵਿੱਚ ਇਹ ਅਮਰੀਕਾ ਵਾਲੇ ਕਹਿ ਰਹੇ ਆ ਵੀ ਕਿਊਬਾ ਵਾਲੇ ਉਹਨਾਂ ਦੇ ਨਾਲ ਰਲੇ ਹੋਏ ਸੀ ਵੈਨਜ਼ੂਏਲਾ ਦੇ ਲੀਡਰ ਦੇ ਨਾਲ। ਈਵਨ ਇੱਥੇ ਤੱਕ ਵੀ ਕਿਹਾ ਗਿਆ ਵੀ ਉਹਦੀ ਜਿਹੜੀ ਸਿਕਿਉਰਿਟੀ ਦੇ ਵਿੱਚ ਬਹੁਤ ਸਾਰੇ ਲੋਕ ਕਿਊਬਾ ਦੇ ਸੀਗੇ। ਸੋ ਚਾਈਨਾ ਵਾਲੇ ਪਤਾ ਨਹੀਂ ਕਿੱਧਰ ਗਏ ਜਿਹੜੇ ਇੱਕ ਦਿਨ ਪਹਿਲਾਂ ਜਿਹੜੀ ਉੱਥੇ ਮੀਟਿੰਗ ਕਰ ਰਹੇ ਸੀ। ਚਾਈਨਾ ਨੇ ਬਹੁਤ ਜ਼ਿਆਦਾ ਜਿਹੜਾ ਮਨੀ ਆ ਉਹ ਵੈਨਜ਼ੂਏਲਾ ਦੇ ਵਿੱਚ ਇਨਵੈਸਟ ਕੀਤਾ ਹੋਇਆ ਹੈਗਾ। ਜਿਹੜਾ ਵੈਨੇਜ਼ੁਏਲਾ ਦਾ ਹਰਜੋਤ ਸਿੰਘ ਜੀ ਤੇਲ ਦਾ ਵੀ ਮਸਲਾ ਉੱਠਦਾ ਨਾ ਵੀ ਤੇਲ ਦੇ ਉੱਤੇ ਕਬਜ਼ਾ ਜਾਂ ਜਿੱਦਾਂ ਵੀ ਆ ਚਲੋ ਹਰ ਇੱਕ ਜਣਾ ਆਪੋ ਆਪਣੇ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਉਹ ਕਰਦਾ ਆ।
ਈਰਾਨ ਤੋਂ ਜਿਹੜਾ ਤੇਲ ਲਿਆ ਕੇ ਉਹ ਪਹਿਲੋਂ ਥੱਲੇ ਸਿੱਟਿਆ ਜਾਂਦਾ, ਕਿਉਂਕਿ ਇੱਥੇ ਦਾ ਜਿਹੜਾ ਤੇਲ ਆ ਉਹ ਬੜਾ ਗੰਦਾ ਤੇਲ ਮੰਨਿਆ ਜਾਂਦਾ ਹੈ, ਵੀ ਉਹਨੂੰ ਰਿਫਾਈਨ ਕਰਨ ਦੇ ਵਿੱਚ ਜ਼ੋਰ ਜ਼ਿਆਦਾ ਲੱਗਦਾ ਆ। ਸੋ ਈਰਾਨ ਤੋਂ ਕੱਚਾ ਤੇਲ ਪਹਿਲਾਂ ਬੋਰ ਦੇ ਨਾਲ ਹੇਠਾਂ ਪਾਇਆ ਜਾਂਦਾ, ਉਹ ਤੇਲ ਦੇ ਨਾਲ ਮਿਲਾਇਆ ਜਾਂਦਾ, ਫਿਰ ਉਹਨੂੰ ਕੱਢ ਕੇ ਰਿਫਾਈਨ ਕੀਤਾ ਜਾਂਦਾ। ਸੋ ਇਸ ਲਈ ਵੈਨੇਜ਼ੁਏਲਾ ਦੇ ਵਿੱਚ ਚਾਹੇ ਤੇਲ ਦੇ ਭੰਡਾਰ ਸਭ ਤੋਂ ਜ਼ਿਆਦਾ ਨੇ, ਪਰ ਡਰਟੀ ਆਇਲ ਹੋਣ ਦੇ ਕਰਕੇ ਉੱਥੋਂ ਜਿਹੜੇ ਤੇਲ ਨੂੰ ਰਿਫਾਈਨ ਕਰਨਾ ਓਨਾ ਹੀ ਜ਼ਿਆਦਾ ਜਿਹੜਾ ਉਹ ਔਖਾ ਆ। ਇਸ ਟਾਈਮ ਅਮਰੀਕਾ ਦੇ ਵਿੱਚੋਂ ਜੇ ਇੱਕ ਸ਼ੈਵਰਨ ਕੰਪਨੀ ਹੀ ਸਿਰਫ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਹੋਰ ਜੇ ਕੰਪਨੀਆਂ ਆਉਣੀਆਂ ਤੇ ਬਿਲੀਅਨਸ ਆਫ ਡਾਲਰ ਦਾ ਨਵਾਂ ਇਨਫਰਾਸਟ੍ਰਕਚਰ ਤਿਆਰ ਕਰਨਾ ਪੈਣਾ ਹੈ। ਕੀ ਉਹ ਕੰਪਨੀਆਂ ਇਸ ਦੇ ਵਿੱਚ ਇਨਵੈਸਟ ਕਰਨਗੀਆਂ? ਟਰੰਪ ਹੁਣਾਂ ਨੇ ਤਾਂ ਉਦਣ ਇਸ ਤਰੀਕੇ ਦੇ ਨਾਲ ਆਖਿਆ ਸੀਗਾ। ਸੋ ਜਿਹੜੀ ਤੁਸੀਂ ਦੱਸਿਆ ਵੀ ਹੁਣ ਵੈਨੇਜ਼ੁਏਲਾ ਦੀ ਐਕਟਿੰਗ ਪ੍ਰੈਜ਼ੀਡੈਂਟ ਡੈਲਸੀ ਰੋਡਰੀਗਜ਼ ਆ, ਉਸਨੇ ਗੱਲਬਾਤ ਜਿੱਦਾਂ ਤੁਸੀਂ ਕਿਹਾ ਵੀ ਮਾਰਕੋ ਰੂਬੀਓ ਦੇ ਨਾਲ ਕੀਤੀ ਆ, ਉਹਨੇ ਟੋਨ ਡਾਊਨ ਕੀਤਾ ਹੈ ਕ੍ਰਿਟਿਸਿਜ਼ਮ ਨੂੰ ਅਮਰੀਕਾ ਦਾ, ਤੇ ਉਹਨੇ ਇਹ ਬਿਆਨ ਦਿੱਤਾ ਹੀ ਦੈਟ ਸ਼ੀ ਇਜ਼ ਰੈਡੀ ਟੂ ਵਰਕ ਵਿਦ ਦ ਯੂਐਸ। ਸੋ ਕਹਿੰਦੇ ਵੀ ਬੈਲੈਂਸ ਤੇ ਰਿਸਪੈਕਟਫੁਲ ਰਿਲੇਸ਼ਨ ਉਹ ਵਾਸ਼ਿੰਗਟਨ ਦੇ ਨਾਲ ਇਸ ਟ੍ਰਾਂਜੀਸ਼ਨ ਦੇ ਦੌਰਾਨ ਉੱਥੇ ਰੱਖਣਾ ਚਾਹੁੰਦੀ ਆ। ਆਪੋਜੀਸ਼ਨ ਦੀ ਜਿਹੜੀ ਪਾਰਟੀ ਦੀ ਲੀਡਰ ਆ, ਉਹਨੂੰ ਲੱਗਦਾ ਨਹੀਂ ਵੀ ਅਜੇ ਸੱਤਾ ਜਿਹੜੀ ਆ ਉਸਦੇ ਹੱਥ ਦੇ ਵਿੱਚ ਆਉਣ ਵਾਲੀ ਹੈਗੀ ਆ। ਜਿੱਦਾਂ ਮਮਦਾਨੀ ਨੇ ਹਰਜੋਤ ਸਿੰਘ ਜੀ ਉਲਟ ਬੋਲਿਆ, ਜਿਹੜੀ ਮਾਰਜਰੀ ਟੇਲਰ ਗ੍ਰੀਨ ਆ, ਉਹ ਵੀ ਇਸ ਹਮਲੇ ਦੇ ਉਲਟ ਜਿਹੜੀ ਉਹ ਬੋਲੀ ਆ। ਇਹ ਜਿਹੜਾ ਉਸਨੇ ਕਿਹਾ ਵੀ ਅਮਰੀਕਾ ਜਿਹੜਾ ਸਰਕਾਰ ਦੀ ਨੈਵਰ ਐਂਡਿੰਗ ਮਿਲਟਰੀ ਅਗਰੈਸ਼ਨ ਆ ਤੇ ਫੋਰਨ ਵਾਰਸ ਦੀ ਸਪੋਰਟ ਆ, ਉਸ ਤੋਂ ਜਿਹੜੇ ਅਮਰੀਕਨਸ ਆ ਉਹ ਇਸ ਟਾਈਮ ਗੁੱਸੇ ਦੇ ਵਿੱਚ ਹੈਗੇ ਨੇ। ਤੇ ਕਹਿੰਦੇ ਵੀ ਜਿਹੜੇ ਮਾਗਾ ਵਾਲੇ ਆ, ਇਹ ਹੁਣ ਸੋਚ ਰਹੇ ਹੋਣਗੇ ਵੀ ਇਹ ਤਾਂ ਲੜਾਈਆਂ ਬੰਦ ਕਰਾਉਣ ਦੇ ਲਈ ਇਹਨਾਂ ਨੇ ਵੋਟ ਪਾਈ ਸੀਗੀ ਟਰੰਪ ਹੁਣਾਂ ਨੂੰ, ਤੇ ਇੱਥੇ ਇਹਨਾਂ ਨੇ ਇਹੀ ਕੰਮ ਜਿਹੜਾ ਉਹ ਕਰ ਦਿੱਤਾ। ਬੋਏ ਵਰ ਵੀ ਰੋਂਗ। ਉਹਨਾਂ ਨੇ ਜਿਹੜੇ ਲੋਕਾਂ ਨੇ ਵੋਟ ਪਾਈ ਆ, ਉਹਨਾਂ ਦੇ ਕਈ ਲੋਕਾਂ ਦੇ ਜਿਹੜੇ ਖਿਆਲਾਤ ਆ, ਉਹਨਾਂ ਨੂੰ ਆਪਣੇ ਤਰਫੋਂ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਹੈਗਾ ਆ। ਸੋ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੈਨਬਾਮ, ਉਹਨੇ ਕਿਹਾ ਵੀ ਜਿਹੜਾ ਅਮਰੀਕਾਜ਼ ਪੂਰੇ ਸੰਦਰਭ ਦੇ ਵਿੱਚ ਜਿਹੜਾ ਲੈਟਿਨ ਅਮਰੀਕਾ ਤੇ ਨਾਰਥ ਅਮਰੀਕਾ ਨੂੰ ਇਕੱਠੇ ਦੋਨਾਂ ਕੰਟੀਨੈਂਟਸ ਨੂੰ ਮਿਲਾ ਕੇ ਜਿਹੜਾ ਅਮਰੀਕਾਜ਼ ਆਖ ਦਿੱਤਾ ਜਾਂਦਾ ਆ, ਉਹ ਕਹਿੰਦੇ ਵੀ ਕਿਸੇ ਇੱਕ ਸ਼ਕਤੀ ਦਾ ਨਹੀਂ, ਕਿਸੇ ਇੱਕ ਤਾਕਤ ਦਾ ਜਿਹੜਾ ਅਮਰੀਕਾਜ਼ ਨਹੀਂ ਹੈਗਾ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਗੁੱਥਮ ਗੁੱਥਾ ਜਿਹੜਾ ਉਹ ਚੱਲ ਰਿਹਾ। ਲੈਟਿਨ ਅਮਰੀਕਾ ਦੇ ਬਹੁਤੇ ਮੁਲਕਾਂ ਨੇ ਅਰਜਨਟੀਨਾ ਨੂੰ ਛੱਡ ਕੇ, ਜਿਹੜਾ ਅਲ ਸਲਵਾਡੋਰ ਵਾਲੇ ਨੂੰ ਛੱਡ ਕੇ, ਬਾਕੀ ਸਾਰਿਆਂ ਨੇ ਨਿੰਦਾ ਕੀਤੀ ਆ। ਕੈਨੇਡਾ ਨੇ ਸਾਥ ਦਿੱਤਾ, ਯੂਰਪੀਅਨ ਸੰਘ ਨੇ ਜਿਹੜਾ ਉਹ ਇਸ ਦੇ ਵਿੱਚ ਸਾਥ ਦਿੱਤਾ ਆ, ਚੀਨ ਨੇ ਮਾੜਾ ਆਖਿਆ, ਰਸ਼ੀਆ ਨੇ ਵੀ ਮਾੜਾ ਆਖਣਾ ਹੀ ਆਖਣਾ ਸੀਗਾ, ਕਿਉਂਕਿ ਉਹਨਾਂ ਦਾ ਤਾਂ ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਹੀ ਫੇਲ ਜਿਹੜੇ ਉਹ ਹੋ ਗਏ, ਉਹ ਕਰ ਹੀ ਕੁਛ ਨਹੀਂ ਸਕੇ। ਉਹ ਪ੍ਰੈਜ਼ੀਡੈਂਟ ਦੀ ਦੇਖੋ, ਇੱਕ ਮੁਲਕ ਦਾ ਪ੍ਰੈਜ਼ੀਡੈਂਟ ਆ, ਉਹਦੇ ਦੀ ਪਤਾ ਨਹੀਂ ਕਿੱਦਾਂ ਦੀ ਸ਼ਕਤੀ ਹੋਊਗੀ, ਮਿਲਟਰੀ ਸ਼ਕਤੀ ਜਿਹੜੀ ਉਹ ਹੋਊਗੀ, ਤੇ ਉਹ ਕੁਛ ਕਰ ਹੀ ਨਹੀਂ ਸਕੇ। ਤੇ ਉਹਨਾਂ ਦਾ ਸੋ ਕਾਲਡ ਲੀਡਰ ਨੂੰ ਜਿਹੜਾ ਉੱਥੋਂ ਘਰੋਂ ਹੀ ਜਿਹੜਾ ਉਹ ਚੱਕ ਕੇ ਲੈ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਸੋ ਕਾਫੀ ਕੁਛ ਚੇਂਜ ਜਿਹੜਾ ਉਹ ਇਸ ਦੇ ਵਿੱਚ ਆ ਰਿਹਾ ਹੈਗਾ ਆ। ਮਚਾਡੋ ਜਿਹੜੀ ਆਪੋਜੀਸ਼ਨ ਲੀਡਰ ਆ, ਮਾਰੀਆ ਕੋਰੀਨਾ ਮਚਾਡੋ, ਉਹਨੇ ਵੈਨੇਜ਼ੁਏਲਾਜ਼ ਦੇ ਵੱਲੋਂ ਰਾਸ਼ਟਰਪਤੀ ਟਰੰਪ ਹੁਣਾਂ ਦਾ ਜਿਹੜਾ ਧੰਨਵਾਦ ਕਰਦੇ ਆਖਿਆ ਵੀ ਵੈਨੇਜ਼ੁਏਲਾ ਦੇ ਲਈ ਜਿਹੜੀ ਆਜ਼ਾਦੀ ਆ ਹੁਣ ਬਿਲਕੁਲ ਨਜ਼ਦੀਕ ਆ। ਫਰੀडम ਆਫ ਵੈਨੇਜ਼ੁਏਲਾ ਇਜ਼ ਨੀਅਰ। ਸੋ ਕਹਿੰਦੇ ਵੀ 30 ਮੁਲਕਾਂ ਦੇ ਵਿੱਚ 130 ਸ਼ਹਿਰਾਂ ਦੇ ਵਿੱਚ ਲੋਕਾਂ ਨੇ ਬਾਹਰ ਨਿਕਲ ਕੇ ਮਡੂਰੋ ਦੀ ਗ੍ਰਿਫਤਾਰੀ, ਉਸ ਨੂੰ ਹਿਰਾਸਤ 'ਚ ਲਏ ਜਾਣ ਦੀ ਖੁਸ਼ੀ ਜਿਹੜੀ ਆ ਉਹ ਮਨਾਈ ਹੈਗੀ ਆ। ਸੋ ਗ੍ਰੀਨਲੈਂਡ ਦੇ ਸੰਦਰਭ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਹੁਣ ਰਾਸ਼ਟਰਪਤੀ ਟਰੰਪ ਨੇ ਅੱਖ ਜਿਹੜੀ ਉੱਥੇ ਵੀ ਗੱਡ ਲਈ ਹੈਗੀ ਆ, ਜਿੱਥੇ ਕੋਲੰਬੀਆ ਤੇ ਕਿਊਬਾ ਨੂੰ ਧਮਕੀ ਦਿੱਤੀ ਆ, ਉੱਥੇ ਗ੍ਰੀਨਲੈਂਡ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਵੀ ਹਾਂ, ਸਾਨੂੰ ਗ੍ਰੀਨਲੈਂਡ ਚਾਹੀਦਾ ਆ, ਵੀ ਵੀ ਨੀਡ ਗ੍ਰੀਨਲੈਂਡ। ਤੇ ਉਹਦੇ ਡੈਨਮਾਰਕ ਨੇ ਅੱਜ ਨਾਲ ਦੇ ਨਾਲ ਹੀ ਇਸ ਬਿਆਨ ਤੋਂ ਬਾਅਦ ਚ ਯੂਐਸ ਨੂੰ ਅਪੀਲ ਕੀਤੀ ਆ ਵੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਆ, ਸੋਵਰੇਨਿਟੀ ਆ ਕਿਸੇ ਮੁਲਕ ਦੀ, ਉਸ ਦੀ ਜਿਹੜੀ ਆ ਤੁਸੀਂ ਰਿਸਪੈਕਟ ਕਰੋ, ਉਸ ਦੀ ਇੱਜ਼ਤ ਜਿਹੜੀ ਉਹ ਕਰੋ। ਡੋਨਲਡ ਟਰੰਪ ਹੁਣਾਂ ਦੇ ਇੱਕ ਸਾਥੀ ਦੀ ਘਰਵਾਲੀ ਨੇ ਗ੍ਰੀਨਲੈਂਡ ਨੂੰ ਅਮਰੀਕਾ ਦੇ ਹਿੱਸੇ ਵਾਲਾ ਮੈਪ ਦੇ ਤੌਰ ਦੇ ਉੱਤੇ ਟਵੀਟ ਜਿਹੜਾ ਉਹ ਕੀਤਾ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਹੁਣ ਦਿਖਾਇਆ। ਸੋ ਜਿਹੜੇ ਮਿਲਰ ਦੀ ਜਿਹੜੀ ਵਾਈਫ ਆ, ਕੇਟੀ ਮਿਲਰ, ਡਿਪਟੀ ਚੀਫ ਆਫ ਸਟਾਫ, ਉਸ ਦੀ ਜਿਹੜੀ ਘਰ ਵਾਲੀ ਆ, ਉਸਨੇ ਡੈਨਮਾਰਕ ਦੇ ਅੱਗੇ ਜਿਹੜੀ ਆਟੋਨੋਮਸ ਟੈਰੀਟਰੀ ਆ ਉਹਦੇ ਮੋਰੇ ਲਿਖਤਾ ਸੂਨ,
ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਹੈਗਾ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੁਣ ਜਿਹੜੇ ਕ੍ਰਿਟਿਕ ਨੇ ਟਰੰਪ ਹੁਣਾਂ ਦੇ, ਉਹ ਆਪੋ ਆਪਣੇ ਢੰਗ ਦੇ ਨਾਲ ਕਹਿ ਰਹੇ। ਕਈ ਡੈਮੋਕ੍ਰੇਟਾਂ ਨੇ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਿਆ ਵੀ ਜਿਸ ਤਰੀਕੇ ਦੇ ਨਾਲ ਆਪਣੇ ਹੀ ਉਹਨਾਂ ਨੇ ਡੈਮੋਕ੍ਰੇਟਾਂ ਦੀ ਵੀ ਤਾੜਨਾ ਜਿਹੜੀ ਉਹ ਕੀਤੀ। ਕਹਿੰਦੇ ਵੀ ਨਾਰਕੋ ਟੈਰਰਿਸਟ ਨੂੰ ਫੜ ਕੇ ਜਿਹੜਾ ਉਹ ਲਿਆਂਦਾ, ਵੀ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਹਰ ਇੱਕ ਚੀਜ਼ ਦੇ ਵਿੱਚ, ਤੁਹਾਡਾ ਕੰਮ ਹੀ ਜਿਹੜਾ ਕਹਿੰਦੇ ਵੀ ਇਹੀ ਆ ਵੀ ਉਲਟ ਹੀ ਟਰੰਪ ਦੇ ਤੁਸੀਂ ਜਿਹੜਾ ਉਹ ਬੋਲਣਾ ਹੁੰਦਾ ਆ, ਜਸਟ ਬਿਕੋਜ਼ ਵੀ ਟਰੰਪ ਨੇ ਕੋਈ ਕਾਰਵਾਈ ਜਿਹੜੀ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਡੈਮੋਕ੍ਰੇਟਾਂ ਨੂੰ ਆਪਣੀ ਜਿਹੜੀ ਇਸ ਭਾਸ਼ਾ ਤੇ ਇਸ ਆਪਣੇ ਅਪਰੋਚ ਨੂੰ ਮੁੜ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਪਰ ਹੁਣ ਡੈਨਮਾਰਕ ਵਾਲੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਉਹ ਕਾਫੀ ਘਬਰਾਏ ਪਏ ਆ। ਸਟੀਵਨ ਮਿਲਰ ਦੀ ਘਰਵਾਲੀ ਨੇ ਹੁਣ ਇਹ ਜਿਹੜਾ ਗ੍ਰੀਨਲੈਂਡ ਨੂੰ ਸੂਨ ਲਿਖ ਕੇ ਅਮਰੀਕਾ ਦਾ ਹਿੱਸਾ ਜਿਹੜਾ ਉਹ ਬਣਨ ਜਾ ਰਿਹਾ, ਇਹ ਦਿਖਾ ਕੇ ਉਹਨਾਂ ਦੀ ਜ਼ਰੂਰ ਰਾਤਾਂ ਦੀ ਨੀਂਦ ਜਿਹੜੀ ਉਹ ਉਡਾ ਦਿੱਤੀ ਹੋਊਗੀ। ਸੋ ਡੈਨਮਾਰਕ ਵਾਲੇ ਤਾਂ ਹੀ ਅੱਜ ਕਹਿੰਦੇ ਵੀ ਰਿਸਪੈਕਟ ਕਰਨ ਦੀ ਗੱਲ ਉਹ ਆਖ ਰਹੇ ਆ ਵੀ ਅਮਰੀਕਾ ਨੂੰ ਰਿਸਪੈਕਟ ਜਿਹੜਾ ਆ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਕਿੱਦਾਂ ਜਿਹੜਾ ਬਣੂਗਾ ਇਹ ਆਉਣ ਵਾਲੀ ਜਿਹੜੀ ਗੱਲ ਆ। ਸੋ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀਗਾ ਵੀ ਜਿਹੜੇ ਕੁਛ ਕ੍ਰਿਟਿਕਸ ਵੀ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਇਹਦੇ ਨਾਲ ਕਹਿੰਦੇ ਵੀ ਬਾਕੀ ਮੁਲਕਾਂ ਨੂੰ ਹੁਣ ਮੌਕਾ ਮਿਲੂਗਾ ਵੀ ਇਸ ਚੀਜ਼ ਦੀ ਆੜ ਦੇ ਵਿੱਚ ਆ ਕੇ ਵੀ ਉਹ ਵੀ ਆਪਣੇ ਨਾਲ ਦੇ ਮੁਲਕਾਂ ਦੇ ਉੱਤੇ ਜਾਂ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਚੁੱਕਣ ਦੀ ਜਿਹੜੀ ਗੱਲ ਆ, ਜਾਂ ਉਸ ਉਹਨਾਂ ਨੂੰ ਉਸ ਥਾਂ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਜਿਹੜੀ ਗੱਲ ਆ, ਇਸ ਐਂਗਲ ਤੋਂ ਜਿਹੜੀ ਉਹ ਕਰ ਸਕਦੇ ਹੋ। ਕਹਿੰਦੇ ਵੀ ਇਹਦੇ ਨਾਲ ਰਸ਼ੀਆ ਨੂੰ ਮੌਕਾ ਮਿਲੂਗਾ, ਉਹ ਯੂਕਰੇਨ ਦੇ ਇਲਾਵਾ ਹੋਰ ਵੀ ਮੁਲਕਾਂ ਵੱਲ ਨੂੰ ਜਿਹੜੀ ਉਹ ਨਜ਼ਰ ਰੱਖ ਸਕਦਾ ਆ। ਕਹਿੰਦੇ ਵੀ ਚਾਈਨਾ ਵਾਲੇ ਜਿਹੜੇ ਤਾਈਵਾਨ ਦੇ ਉੱਤੇ ਜਿਹੜੀ ਉਹ ਨਜ਼ਰ ਜਿਹੜੀ ਰੱਖੇ ਬੈਠੇ ਆ ਵੀ ਉਸ ਦੇ ਵੱਲ ਨੂੰ ਜਿਹੜੇ ਉਹ ਵੱਧ ਸਕਦੇ ਆ। ਸੋ ਇਹ ਹੁਣ ਖੁੱਲਾ ਸੱਦਾ ਆ ਦੁਨੀਆ ਨੂੰ, ਜਾਂ ਫਿਰ ਇਹ ਵਨ ਆਫ ਇੱਕ ਆਪਰੇਸ਼ਨ ਕਿਉਂਕਿ ਅਮਰੀਕਾ ਨੇ ਕੀਤਾ, ਜਿਹਦਾ ਡੰਡਾ ਅੱਜ ਵੀ ਜਿਹੜਾ ਉਹ ਚੱਲਦਾ ਆ। ਜਿਸ ਨੂੰ ਕੋਈ ਸ਼ੱਕ ਸ਼ੁਕ ਸੀਗਾ, ਇਹ ਜਿਹੜਾ ਸ਼ੱਕਸ਼ੁਦਾ ਜਿਹੜਾ ਹਰਜੋਤ ਸਿੰਘ ਜੀ ਇਸ ਆਪਰੇਸ਼ਨ ਤੋਂ ਬਾਅਦ ਕਾਫੀ ਲੋਕਾਂ ਦਾ ਨਿਕਲ ਗਿਆ ਹੋਣਾ ਵੀ ਅਮਰੀਕਾ ਦੀ ਅਜੇ ਵੀ ਝੰਡੀ ਹੈਗੀ। ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਆ ਸਟੈਮਰ, ਉਹਨਾਂ ਨੇ ਇਹ ਕਿਹਾ ਵੀ ਮੈਂ ਡੈਨਿਸ਼ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਕਰਦਾ ਹੈਗਾ ਤੇ ਯੂਐਸ ਨੂੰ ਸਟਾਪ ਕਰਨਾ ਚਾਹੀਦਾ ਗ੍ਰੀਨਲੈਂਡ ਦੇ ਪਿੱਛੇ ਜਾਣ ਤੋਂ। ਮਾਈਕ ਟਰੈਪ ਮਾਈਗ੍ਰੇਸ਼ਨ ਮਿਨਿਸਟਰ ਆ, ਉਹਨਾਂ ਨੇ ਵਾਰ-ਵਾਰ ਇਹ ਕਿਹਾ ਵੀ ਟਰੰਪ ਉਹਨਾਂ ਦੀ ਜਿਹੜੀ ਥ੍ਰੈਟ ਆ ਵੀ ਗ੍ਰੀਨਲੈਂਡ ਨੂੰ ਕਿਸ ਤਰ੍ਹਾਂ ਸੀਜ਼ ਕਰਨਾ ਹੈਗਾ, ਉਹ ਤੋਂ ਅਸੀਂ ਘਬਰਾਏ ਹੋਏ ਹੈਗੇ ਆ। ਤੇ ਜੋ ਸਟੈਮਰ ਆ ਯੂਕੇ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਇਹ ਕਿਹਾ ਵੀ ਮੈਂ ਉਹਨਾਂ ਦੇ ਨਾਲ ਆ ਤੇ ਉਹ ਬਿਲਕੁਲ ਰਾਈਟ ਹੈਗੀ ਆ ਵੀ ਫਿਊਚਰ ਆਫ ਗ੍ਰੀਨਲੈਂਡ ਕਿੱਥੇ ਖੜਦਾ ਹੈਗਾ ਆ। ਤੇ ਬੀਬੀਸੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਡੈਨਿਸ਼ ਵਾਲੇ ਜੋ ਕਾਲ ਕਰ ਰਹੇ ਆ ਵੀ ਟਰੰਪ ਉਹਨਾਂ ਨੂੰ ਸਟਾਪ ਕਰਨਾ ਚਾਹੀਦਾ ਇਸ ਇਸ਼ੂ ਨੂੰ, ਉਹਦੇ ਉੱਤੇ ਵੀ ਤੁਹਾਡਾ ਕੀ ਵਿਚਾਰ ਹੈਗਾ ਆ, ਤੇ ਉਸ ਟਾਈਮ ਦੇ ਉੱਤੇ ਜਿਹੜੇ ਆ ਕੀਅਰ ਸਟੇਮਰ ਯੂਕੇ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਮੈਂ ਡੈਨਿਸ਼ ਪ੍ਰਾਈਮ ਮਿਨਿਸਟਰ ਦੇ ਨਾਲ ਹੈਗਾ ਆ। ਕਹਿੰਦੇ ਗ੍ਰੀਨਲੈਂਡ ਤੇ ਕਿੰਗਡਮ ਆਫ ਡੈਨਮਾਰਕ ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਗ੍ਰੀਨਲੈਂਡ ਨੇ ਕਿੱਧਰ ਜਾਣਾ ਹੈਗਾ ਆ। ਓਨਲੀ ਗ੍ਰੀਨਲੈਂਡ ਐਂਡ ਕਿੰਗਡਮ ਆਫ ਡੈਨਮਾਰਕ। ਸੋ ਕੋਲੰਬੀਆ, ਈਰਾਨ, ਇਹ ਸਾਰੇ ਜਿਹੜੇ ਆ ਹੁਣ ਘਬਰਾਏ ਹੋਏ ਹੈਗੇ ਆ। ਆਪਾਂ ਦੇਖਿਆ ਹੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਕਿੱਥੇ ਉਹਨਾਂ ਦਾ ਜਿਹੜਾ ਰਸ਼ੀਆ ਦਾ ਸੇਫਟੀ ਸਿਸਟਮ ਸੀ, ਕਿਸ ਤਰ੍ਹਾਂ ਇਹਨਾਂ ਨੇ ਬ੍ਰੇਕ ਇਨ ਕਰਤਾ, ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ। ਸੋ ਇਹ ਤੋਂ ਹੁਣ ਇੰਡੀਆ ਵਾਲੇ ਵੀ ਚੁੱਪ-ਚੁਪੀਤੇ ਜਿਹੇ ਬੈਠੇ ਆ ਇਸ ਮਸਲੇ ਦੇ ਉੱਤੇ। ਹਰਜੋਤ ਸਿੰਘ ਜੀ, ਸਾਰੇ ਹੀ ਲੀਡਰ ਚੁੱਪ-ਚੁਪੀਤੇ ਬੈਠੇ ਆ। ਅਗਲੇ ਹੁਣ ਦਰਵਾਜ਼ੇ ਨਵੇਂ ਲਵਾ ਰਹੇ ਹੋਣੇ ਆ, ਕਹਿੰਦੇ ਵੀ ਪਤਾ ਨਹੀਂ ਕਦੋਂ ਕੌਣ ਕਿੱਧਰੋਂ ਆ ਕੇ ਕਿਹਨੂੰ ਚੱਕ ਕੇ ਜਿਹੜਾ ਉਹ ਲੈ ਜਾਵੇ। ਸੁਰੱਖਿਆ ਵਾਲੀ ਜਿਹੜੀ ਆ ਗੱਲ ਜਿਹੜੀ ਆ ਉਹ ਹਵਾ ਦੇ ਵਿੱਚ ਹੀ ਜਿਹੜੀ ਉਹ ਰਹਿ ਗਈ। ਤੇ ਉਹਨਾਂ ਮੁਲਕਾਂ ਨੂੰ ਜਿਹੜਾ ਹੁਣ ਧਿਆਨ ਦੇਣਾ ਪੈਣਾ ਆ, ਦੇਖਣਾ ਪੈਣਾ, ਜਿਨ੍ਹਾਂ ਨੇ ਵਾਕਿਆ ਹੀ ਰਸ਼ੀਆ ਦੀਆਂ ਐਂਟੀ ਏਅਰਕ੍ਰਾਫਟ ਜਾਂ ਉਹ ਜਿਹੜੀਆਂ ਡਿਫੈਂਸ ਸਿਸਟਮ, ਏਅਰ ਡਿਫੈਂਸ ਸਿਸਟਮ ਜਿਹੜੇ ਲਾਏ ਆ, ਵੀ ਭਾਈ ਉਹ ਕਾਰਗਰ ਹੈਗੇ ਵੀ ਆ ਕਿ ਨਹੀਂ, ਉਹ ਚੱਲਦੇ ਵੀ ਆ ਕਿ ਨਹੀਂ। ਕਿ ਇਵੈਂਚੁਅਲੀ ਰਸ਼ੀਆ ਨੇ ਸਾਥ ਦੇਤਾ, ਅਮਰੀਕਾ ਕੁਛ ਨਹੀਂ ਪਤਾ ਹੁੰਦਾ ਇਹ ਦੁਨੀਆ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ, ਕਿੱਥੇ ਕਿਹਦੀ। ਪਰ ਇਹ ਜਿਹੜਾ ਕੰਮ ਰਾਜਕਰਮੀਰ ਸਿੰਘ ਜੀ, ਇੱਕ ਜਿਹੜਾ ਦ ਗਾਰਡੀਅਨ ਨਿਊਜ਼ਪੇਪਰ ਰਿਪੋਰਟ ਕਰ ਰਿਹਾ ਵੀ ਜਿਹੜਾ ਕੰਮ ਟਰੰਪ ਨੇ ਕੀਤਾ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਇਹ ਐਕਚੁਅਲੀ ਵਲੈਡੀਮੀਰ ਪੁਟਿਨ ਨੇ ਫਰਵਰੀ 2022 ਚ ਐਗਜ਼ੈਕਟਲੀ ਸੇਮ ਕੀਤਾ ਸੀ ਵੀ ਆਪਾਂ ਯੂਕਰੇਨ ਚ ਜਾਣਾ ਆ, ਉਹਨਾਂ ਨੂੰ ਕਬਜ਼ਾ ਕਰ ਲੈਣਾ ਆ ਤੇ ਚੁੱਪ ਕਰਕੇ ਉਹ ਸਾਡੇ ਅੰਡਰ ਹੋਣੇ ਹੈਗੇ ਆ। 4 ਸਾਲ ਹੋ ਗਏ। ਪਰ ਕਹਿੰਦੇ ਵੀ ਜਿਹੜੇ ਯੂਕਰੇਨ ਵਾਲੇ ਆ, ਉਹਨਾਂ ਨੇ ਬੜੀ ਤਗੜੀ ਫਾਈਟ ਦਿੱਤੀ ਆ ਤੇ ਉਹਨਾਂ ਦੇ ਨਾਲ ਕਈ ਮੁਲਕਾਂ ਨੇ ਸਾਥ ਵੀ ਦਿੱਤਾ, ਜਿਸ 'ਚ ਪਤਾ ਹੀ ਆ ਵੀ ਅਮਰੀਕਾ ਨੇ ਵੀ ਪੂਰਾ ਸਾਥ ਦਿੱਤਾ ਹੈਗਾ। ਤੇ ਇਸ ਕਰਕੇ ਰਸ਼ੀਆ ਵਾਲੇ ਉਹ 'ਚ ਕਾਮਯਾਬ ਨਹੀਂ ਹੋ ਸਕੇ ਤੇ ਅਮਰੀਕਾ ਵਾਲੇ 1.5 ਘੰਟੇ ਦੇ ਵਿੱਚ ਉਹ ਬੰਦਾ ਚੱਕ ਲਿਆਏ ਹੈਗੇ ਆ। ਇਕੱਲਾ ਚੱਕ ਨਹੀਂ ਲਿਆ, ਤੇ ਉਹ ਕਹਿੰਦੇ ਵੀ ਕੰਟਰੀ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਹੁਣ ਚਲਾਵਾਂਗੇ। ਰਨ ਕਰਾਂਗੇ, ਵਿਲ ਬੀ ਇਹ ਰਨਿੰਗ ਤੁਹਾਡੇ ਨਾਲ ਆਪਾਂ ਡਿਸਕਸ ਕੀਤਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਫੇਰ
ਦੁਨੀਆ ਨੂੰ ਸਾਬਤ ਕਰ ਦਿੱਤਾ ਹੈ ਵੀ ਅਮਰੀਕਾ ਹਜੇ ਵੀ ਪੂਰੀ ਜਿਹੜੀ ਆ ਸੁਪਰ ਪਾਵਰ ਹੈਗੀ ਆ ਤੇ ਬਾਹਰਲੇ ਮੁਲਕਾਂ ਵਾਲੇ ਜੋ ਆ ਜੋ ਮਰਜ਼ੀ ਕਹੀ ਜਾਣ। ਸੋ ਯੂਐਨਓ ਦੇ ਵਿੱਚ ਵੀ ਠੰਡਾ ਹੀ ਭਾਸ਼ਣ ਚੱਲ ਰਿਹਾ ਕੋਈ ਬੜਾ ਸਟਰੋਂਗ ਨਹੀਂ ਚੱਲ ਰਿਹਾ ਹੈਗਾ। ਤੇ ਇੱਕ ਜ਼ਰੂਰ ਜਿਹੜੇ ਉੱਥੇ ਦੀ ਆਪੋਜੀਸ਼ਨ ਲੀਡਰ ਆ ਉਹਨੂੰ ਲੈ ਕੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਹਾਂ ਠੀਕ ਆ ਉਹ ਬੀਬੀ ਬਹੁਤ ਵਧੀਆ ਆ ਨੋਬਲ ਪੀਸ ਪ੍ਰਾਈਜ਼ ਮਿਲਿਆ ਪਰ ਉਹ ਕਹਿੰਦੇ ਵੀ ਹਜੇ ਕੰਟਰੀ ਨੂੰ ਰਨ ਨਹੀਂ ਕਰ ਸਕਦੀ ਹੈਗੀ। ਸੋ ਕਾਰਨ ਇਹੀ ਆ ਵੀ ਈਵਨ ਦੋ ਇੱਕ ਪ੍ਰੈਜ਼ੀਡੈਂਟ ਚੱਕ ਲਿਆ ਪਰ ਸਿਸਟਮ ਜਿਹੜਾ ਹੁਣ ਸੈਟਅਪ ਕੀਤਾ ਸੀ ਉੱਥੇ ਕਹਿੰਦੇ ਕਈ ਗਵਰਨਰ ਉੱਥੇ ਦੇ ਸਟੇਟਾਂ ਦੇ ਇਨਵੋਲਵ ਹੈਗੇ ਆ ਡਰੱਗ ਦੇ ਵਿੱਚ। ਸੋ ਉਹ ਜਿਹੜੀ ਉੱਥੇ ਦੀ ਆਰਮੀ ਆ ਉਹ ਸਪੋਰਟ ਕਰੂਗੀ ਆਪੋਜੀਸ਼ਨ ਲੀਡਰ ਨੂੰ ਕਿ ਨਹੀਂ ਇਸੇ ਕਰਕੇ ਜਿਹੜੀ ਉੱਥੇ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਮੇਰੇ ਖਿਆਲ ਨਾਲ ਡੋਲਸੀ ਰੋਦਰੀਗਸ ਉਹਦੇ ਨਾਲ ਜਿਹੜੀ ਆ ਮਾਰਕੋ ਰੂਬੀਓ ਹੋਣੀ ਕਹਿੰਦੇ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ। ਸੋ ਲੱਗਦਾ ਹੋਪਫੁਲੀ ਫॉर ਦਾ ਟਾਈਮ ਬੀਇੰਗ ਉਹਨੂੰ ਹੀ ਰੱਖੂਗੇ ਤੇ ਹੌਲੀ ਹੌਲੀ ਫੇਰ ਜਦੋਂ ਇਲੈਕਸ਼ਨ ਹੋਊਗੀ ਮੇਬੀ ਉਸ ਟਾਈਮ ਦੇ ਉੱਤੇ ਫਿਰ ਜਿਹੜੀ ਆਪੋਜੀਸ਼ਨ ਲੀਡਰ ਆ ਉਹਦਾ ਜਿਹੜਾ ਚਾਂਸ ਆ ਲੱਗੂਗਾ। ਜੀ, ਜੀ, ਬਿਲਕੁਲ।